ਅਸੀਂ ਕਹਿੰਦੇ ਹਾਂ ਕਿ ਸਮਾਜ ਦੇ ਵਿੱਚ ਸਮੱਸਿਆਵਾਂ ਬਹੁਤ, ਬੁਰਾਈਆਂ ਬਹੁਤ, ਸ਼ਰਾਬ ਹੈ, ਨਸ਼ੇ, ਬੇਰੁਜ਼ਗਾਰੀ ਹੈ, ਦਾਜ ਹੈ, ਵੈਰ ਵਿਰੋਧ, ਈਰਖਾ ਹੈ। ਇਹ ਸਮੱਸਿਆਵਾਂ ਨੇ। ਬੜਾ ਵੱਡਾ ਸੰਸਾਰ ਹੈ ਇਹਨਾਂ ਸਮੱਸਿਆਵਾਂ ਦਾ। ਸੀਮਤ ਦਾਇਰੇ ਦੇ ਵਿੱਚ ਅਸੀਂ ਬੰਨ ਨਹੀਂ ਸਕਦੇ, ਪਰ ਜੇ ਜੀਵਨ ਹੈ, ਸਮਾਜ ਹੈ, ਸੁੱਖ ਵੀ ਹੈ, ਦੁੱਖ ਵੀ ਹੈ, ਸਮੱਸਿਆਵਾਂ ਵੀ ਹਨ ਤੇ ਉਹਨਾਂ ਦਾ ਹੱਲ ਵੀ ਹੈ। ਇਹ ਇਸ ਧਰਤੀ ਦੇ ਇਨਸਾਨ ਨੇ ਇਹਨਾਂ ਨੂੰ ਬਿਹਤਰ ਬਣਾਉਣਾ ਹੈ, ਆਪਣੀ ਜੀਵਨ ਜਾਂਚ ਦੇ ਵਿੱਚੋਂ ਇਸ ਸਮਾਜ ਨੂੰ ਬਿਹਤਰ ਬਣਾਉਣਾ ਹੈ। ਅੱਜ ਇੰਨਾ ਹੀ ਸਮਾਜਿਕ ਬੁਰਾਈਆਂ ਦੇ ਵਿੱਚ ਅਸੀਂ ਨਸ਼ਿਆਂ ਨੂੰ ਲਵਾਂਗੇ ਕਿ ਇਹ ਨਸ਼ੇ ਕਿਵੇਂ ਪੈਦਾ ਹੁੰਦੇ, ਕਿਵੇਂ ਨੁਕਸਾਨ ਕਰਦੇ ਆ, ਕਿਵੇਂ ਘਰਾਂ ਦੇ ਘਰ ਉਜਾੜ ਦਿੰਦੇ ਆ, ਤੇ ਇਹਦੇ ਵਿੱਚ ਦੋਸ਼ੀ ਕੌਣ ਹੈ। ਇਹਨਾਂ ਤੋਂ ਬਚਣ ਦੀ ਲੋੜ ਹੈ। ਜੇ ਅੱਜ ਦਾ ਸਾਡਾ ਨੌਜਵਾਨ, ਅੱਜ ਦਾ ਸਾਡਾ ਵਿਦਿਆਰਥੀ ਇਹਨਾਂ ਬੁਰਾਈਆਂ ਤੋਂ ਦੂਰ ਰਹਿੰਦਾ ਹੈ, ਆਪਣੇ ਨੈਤਿਕ ਆਚਾਰ ਦੇ ਵਿੱਚ, ਵਿਹਾਰ ਦੇ ਵਿੱਚ ਇੱਕ ਦ੍ਰਿੜ ਇਰਾਦਾ ਬਣਾ ਲੈਂਦਾ ਹੈ, ਮਜ਼ਬੂਤ ਮਨ ਬਣਾ ਲੈਂਦਾ ਹੈ, ਤਾਂ ਦੁਨੀਆ ਦੀ ਕੋਈ ਤਾਕਤ ਉਸ ਨੂੰ ਨਸ਼ਾ ਨਹੀਂ ਲਗਾ ਸਕਦੀ। ਇਹ ਸਾਡੀਆਂ ਮਨ ਦੀਆਂ ਕਮਜ਼ੋਰੀਆਂ ਹਨ ਜਿਨ੍ਹਾਂ ਨੂੰ ਅਸੀਂ ਰਾਹ ਦਿੰਦੇ ਹਾਂ। ਮਨ ਤਕੜਾ ਹੋਵੇਗਾ ਤਾਂ ਫਿਰ ਇਹੋ ਜਿਹੀਆਂ ਬੁਰਾਈਆਂ ਸਾਡੇ ਸਮਾਜ ਵਿੱਚ ਨਹੀਂ ਆਉਣਗੀਆਂ। ਜਦੋਂ ਅਸੀਂ ਸਮਾਜਿਕ ਬੁਰਾਈ ਦੇ ਰੂਪ ਦੇ ਵਿੱਚ ਨਸ਼ਿਆਂ ਦੀ ਗੱਲ ਕਰਦੇ ਹਾਂ ਤਾਂ ਇੱਕ ਗੱਲ ਸਪਸ਼ਟ ਹੁੰਦੀ ਹੈ ਕਿ ਇਹ ਨਸ਼ੇ ਤਬਾਹੀ ਦਾ ਵੱਡਾ ਕਾਰਨ ਹੁੰਦੇ ਹਨ। ਇਹਨਾਂ ਦੇ ਵਿੱਚ ਖੁਸ਼ਹਾਲੀ ਨਹੀਂ ਹੈਗੀ, ਇਹਨਾਂ ਦੇ ਵਿੱਚ ਵਿਨਾਸ਼ ਹੈ, ਔਰ ਇਹ ਜ਼ਿੰਦਗੀ ਤੇ ਸਮਾਜ ਦੀ ਤਬਾਹੀ, ਵਿਨਾਸ਼ ਦਾ ਕਾਰਨ ਬਣਦੇ ਨੇ। ਇਹਦੇ ਵਿੱਚ ਹੁੰਦਾ ਕੀ ਹੈ? ਸਰੀਰਕ ਵਿਨਾਸ਼ ਹੁੰਦਾ ਹੈ। ਸਰੀਰ ਦੇ ਵਿੱਚ ਇਹ ਮਾੜਾ ਅਸਰ ਕਰਦੇ ਹਨ, ਦਿਲ 'ਤੇ ਮਾੜਾ ਅਸਰ ਕਰਦਾ, ਦਿਮਾਗ 'ਤੇ ਮਾੜਾ ਅਸਰ ਕਰਦਾ ਇਹ ਨਸ਼ਾ। ਔਰ ਸਰੀਰ ਦਾ ਕੋਈ ਅੰਗ ਅਜਿਹਾ ਨਹੀਂ ਹੈਗਾ ਜਿਸ ਦੇ ਉੱਤੇ ਇਹ ਨਸ਼ੇ ਆਪਣਾ ਮਾੜਾ ਪ੍ਰਭਾਵ ਨਾ ਪਾਉਂਦੇ ਹੋ। ਮਨੋਵਿਕਾਰ ਪੈਦਾ ਹੁੰਦੇ ਹਨ, ਮਾਨਸਿਕ ਤੌਰ 'ਤੇ ਵਿਅਕਤੀ ਕਮਜ਼ੋਰ ਹੋ ਜਾਂਦਾ ਹੈ। ਜਿਹੜਾ ਵਿਅਕਤੀ ਮਾਨਸਿਕ ਤੌਰ 'ਤੇ ਕਮਜ਼ੋਰ ਹੋ ਜਾਂਦਾ ਹੈ ਉਹ ਸਮਾਜ ਦੇ ਕਿਸੇ ਵੀ ਖੇਤਰ ਦੇ ਵਿੱਚ ਤਾਕਤਵਰ ਵੀ ਨਹੀਂ ਹੋ ਸਕਦਾ। ਇਸ ਕਰਕੇ ਇਹਨਾਂ ਤੋਂ ਦੂਰ ਰਹਿਣਾ ਵੀ ਲਾਜ਼ਮੀ ਹੈ। ਆਰਥਿਕ ਵਿਨਾਸ਼ ਹੁੰਦਾ ਹੈ, ਪੈਸੇ ਦੀ ਬਰਬਾਦੀ ਹੁੰਦੀ ਹੈ, ਘਰਾਂ ਦੇ ਘਰ ਉੱਜੜ ਜਾਂਦੇ ਹਨ, ਜ਼ਮੀਨਾਂ ਦੀਆਂ ਜ਼ਮੀਨਾਂ, ਕਾਰੋਬਾਰ, ਜਾਇਦਾਦਾਂ ਵਿਕ ਜਾਂਦੀਆਂ ਹਨ। ਪਰਿਵਾਰਿਕ ਵਿਨਾਸ਼ ਹੁੰਦਾ ਹੈ, ਪਰਿਵਾਰਿਕ ਟੁੱਟ ਭੱਜ ਹੁੰਦੀ ਹੈ। ਵਿਆਹੁਤਾ ਜ਼ਿੰਦਗੀ, ਪਰਿਵਾਰਿਕ ਜ਼ਿੰਦਗੀ, ਮਾਂ-ਬਾਪ, ਭੈਣ ਭਰਾ, ਚਾਚੇ ਤਾਏ, ਮਾਮੇ, ਸਾਰੇ ਰਿਸ਼ਤੇ ਜਿਹੜੇ ਨੇ ਉਹ ਟੁੱਟਣ ਵਾਲੇ ਪਾਸੇ ਜਾਂਦੇ ਹਨ ਅਤੇ ਬਹੁਤ ਸਾਰੇ ਕਈ ਕਿਸਮ ਦੇ ਕਲੇਸ਼ ਪੈਦਾ ਹੋ ਜਾਂਦੇ ਹਨ। ਸਮਾਜਿਕ ਖੜੋਤ ਆਉਂਦੀ ਹੈ, ਸਮਾਜ ਦਾ ਵਿਕਾਸ ਰੁਕਦਾ ਹੈ। ਇੱਕ ਵਿਅਕਤੀ ਇੱਕ ਸਮਾਜ ਦੀ ਵੱਡੀ ਕੜੀ ਹੁੰਦਾ ਹੈ। ਜੇ ਉਸ ਕੜੀ ਦੇ ਵਿੱਚ ਕੋਈ ਨੁਕਸ ਪੈਂਦਾ ਹੈ ਤਾਂ ਉਸ ਸਮਾਜ ਨੂੰ ਵੀ ਪ੍ਰਭਾਵਿਤ ਕਰਦਾ ਹੈ। ਕਹਿਣ ਦਾ ਭਾਵ ਇਹ ਕਿ ਉਸ ਦਾ ਕੇਵਲ ਆਪਣਾ ਨੁਕਸਾਨ ਹੀ ਨਹੀਂ ਹੁੰਦਾ, ਸਗੋਂ ਚੌਗਿਰਦੇ ਦੇ ਵਿੱਚ ਵੀ ਉਸ ਦਾ ਮਾੜਾ ਅਸਰ ਪੈਂਦਾ ਹੈ, ਜਿਹੜਾ ਕਿ ਸਮਾਜਿਕ ਖੜੋਤ ਵਾਲੇ ਪਾਸੇ ਲੈ ਕੇ ਜਾਂਦਾ ਹੈ। ਬੇਚੈਨੀ ਪੈਦਾ ਹੁੰਦੀ ਹੈ, ਚੈਨ ਨਹੀਂ ਆਉਂਦਾ, ਮਨ ਦੀ ਸ਼ਾਂਤੀ ਨਹੀਂ ਮਿਲਦੀ, ਦੁੱਖ ਮਿਲਦਾ। ਦੁੱਖ ਹਰ ਵਿਅਕਤੀ ਜ਼ਿੰਦਗੀ 'ਚ ਸੁੱਖ ਲੱਭਦਾ ਹੈ, ਪਰ ਇਹਨਾਂ ਨਸ਼ਿਆਂ ਦੇ ਵਿੱਚ ਸੁੱਖ ਨਹੀਂ ਹੈ, ਦੁੱਖ ਹੈ। ਦੁਰਘਟਨਾਵਾਂ ਹੁੰਦੀਆਂ ਹਨ। ਤੁਸੀਂ ਦੇਖਦੇ ਹੋ ਕਿ ਨਸ਼ਿਆਂ ਕਾਰਨ ਲੜਾਈ, ਝਗੜੇ, ਕਤਲ, ਸੜਕਾਂ 'ਤੇ ਦੁਰਘਟਨਾਵਾਂ, ਮੌਤਾਂ, ਐਕਸੀਡੈਂਟ ਇਹਨਾਂ ਕਾਰਨਾਂ ਕਰਕੇ ਵੀ ਹੁੰਦੇ ਹਨ। ਅਨੈਤਿਕਤਾ ਵੱਧਦੀ ਹੈ, ਸਦਾਚਾਰਕ ਜੀਵਨ ਵਿਅਕਤੀ ਦਾ ਤਬਾਹ ਹੁੰਦਾ ਹੈ, ਉਸ ਦੀ ਨੇਕ ਸੋਚ ਨੇਕ ਨਹੀਂ ਰਹਿੰਦੀ, ਸਗੋਂ ਝਗੜਾਲੂ ਬਣ ਜਾਂਦੀ ਹੈ ਅਤੇ ਜ਼ਿੰਦਗੀ ਦੇ ਵਿੱਚ ਉਪਰਾਮਤਾ, ਨਿਰਾਸ਼ਾ ਉਸ ਦਾ
ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੀ ਉਪਰਾਮਤਾ ਨਹੀਂ ਚਾਹੁੰਦਾ, ਉਹ ਖੇੜਾ ਚਾਹੁੰਦਾ ਹੈ। ਇਸ ਕਰਕੇ ਆਪਾਂ ਨੂੰ ਚਾਹੀਦਾ ਹੈ ਕਿ ਇਹੋ ਜਿਹੀਆਂ ਨਸ਼ਿਆਂ ਦੀਆਂ ਬੁਰਾਈਆਂ ਤੋਂ ਦੂਰ ਰਹਿ ਕੇ ਆਪਣੀ ਜ਼ਿੰਦਗੀ ਨੂੰ ਖੁਸ਼ਗਵਾਰ ਬਣਾਈਏ, ਸਮਾਜ ਦੇ ਲਈ ਇੱਕ ਬਿਹਤਰ ਜ਼ਿੰਦਗੀ ਬਣਾਈਏ। ਔਰ ਇਹ ਇੱਕ ਬਹੁਤ ਹੀ ਅਹਿਮ ਤੱਤ ਬਣ ਜਾਂਦਾ ਹੈ ਕਿ ਜੇਕਰ ਇਹਨਾਂ ਨਸ਼ਿਆਂ 'ਚ ਤਬਾਹੀ ਹੈ ਤਾਂ ਅਸੀਂ ਇਹਨਾਂ ਰਾਹਾਂ 'ਤੇ ਕਿਸੇ ਨੂੰ ਤੁਰਨ ਕਿਉਂ ਦਿੰਦੇ ਹਾਂ, ਜਾਂ ਇਹਨਾਂ ਰਾਹਾਂ 'ਤੇ ਕੋਈ ਵਿਅਕਤੀ ਤੁਰਦਾ ਕਿਉਂ ਹੈ, ਉਸ ਤੋਂ ਬਚਣ ਦੀ ਲੋੜ ਹੈ। ਔਰ ਸਮਾਜਿਕ ਬੁਰਾਈਆਂ, ਖਾਸ ਕਰਕੇ ਨਸ਼ਿਆਂ ਨੂੰ ਤਿਆਗਣ ਦੇ ਲਈ, ਇਹਨਾਂ ਤੋਂ ਦੂਰ ਰਹਿਣ ਦੇ ਲਈ ਸਾਡੇ ਅੰਦਰ ਇੱਕ ਸੋਝੀ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਸੋਝੀ ਕੀ ਹੈ, ਇਸ ਤੋਂ ਬਚਣਾ ਕਿਵੇਂ ਹੈ ਕਿ ਪਹਿਲਾਂ ਅਸੀਂ ਆਪਣੀ ਅੱਖ ਦੇ ਨਾਲ ਆਪਣਾ ਚੌਗਿਰਦਾ ਦੇਖੀਏ ਕਿ ਇਸ ਵਿੱਚ ਵਾਪਰ ਕੀ ਰਿਹਾ। ਸਭ ਤੋਂ ਪਹਿਲਾਂ ਦੇਖਣਾ ਜ਼ਰੂਰੀ ਹੈ। ਅਣਦੇਖਣਾ ਜਾਂ ਅਣਦੇਖਿਆ ਕਰਨਾ ਚੰਗੀ ਗੱਲ ਨਹੀਂ ਹੈ। ਔਰ ਜੋ ਦੇਖ ਰਹੇ ਹਾਂ ਅਸੀਂ ਉਸ ਨੂੰ ਗਹਿਰਾਈ ਦੇ ਨਾਲ, ਬਰੀਕੀ ਦੇ ਨਾਲ, ਆਪਣੀ ਨਜ਼ਰ ਤੇ ਦਿਮਾਗੀ ਨਜ਼ਰ ਦੇ ਨਾਲ ਸਮਝਣ ਦਾ ਅਸੀਂ ਉਸ ਨੂੰ ਪ੍ਰਯਾਸ ਕਰਨਾ ਹੈ। ਤੇ ਸਮਝਣਾ ਕੀ ਹੈ ਕਿ ਜੋ ਹੋ ਰਿਹਾ ਨਸ਼ਿਆਂ ਦੇ ਰੂਪ ਦੇ ਵਿੱਚ, ਜੋ ਹੋ ਰਿਹਾ, ਕੌਣ ਨਸ਼ੇ ਲਾ ਰਿਹਾ, ਕਿਉਂ ਨਸ਼ੇ ਲਾ ਰਿਹਾ, ਕੌਣ ਨਸ਼ੇ ਕਰ ਰਿਹਾ, ਇਹਦੀ ਸਥਿਤੀ ਕੀ ਹੈ, ਇਹਦੇ ਹਾਲਾਤ ਕੀ ਹਨ, ਉਸ ਨੂੰ ਸਮਝਣ ਦੀ ਲੋੜ ਹੈ ਤੇ ਉਸ ਤੋਂ ਬਚਣ ਦੀ ਲੋੜ ਹੈ। ਉਸ ਉਪਰੰਤ ਜਦੋਂ ਅਸੀਂ ਸਾਰੀ ਸਥਿਤੀ ਨੂੰ ਸਮਝ ਜਾਂਦੇ ਹਾਂ ਤਾਂ ਉਸ ਸਮਝ ਤੋਂ ਬਾਅਦ ਸਾਡਾ ਕਾਰਜ ਸੁਧਾਰਕ ਹੋਣਾ ਚਾਹੀਦਾ ਹੈ। ਸਾਡਾ ਕਾਰਜ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਵਿਅਕਤੀ ਸਹਿਜ ਸੁਭਾਅ ਉਹ ਨਸ਼ਿਆਂ ਵਾਲੇ ਪਾਸੇ ਚਲਾ ਜਾਵੇ। ਸੁਧਾਰਕ ਕਾਰਜ ਕਿੱਦਾਂ ਦਾ ਹੁੰਦਾ? ਮੰਨ ਲਓ ਅਸੀਂ ਕਿਸੇ ਸੰਗਤ ਦੇ ਵਿੱਚ ਜਾਂਦੇ ਹਾਂ, ਉਹ ਸੰਗਤ ਸਾਨੂੰ ਖੁਸ਼ੀ ਬੜੀ ਦਿੰਦੀ ਹੈ, ਪਰ ਉਸ ਸੰਗਤ ਦੇ ਵਿੱਚ ਨਸ਼ੇ ਹਨ, ਸ਼ਰਾਬ ਦਾ ਸੇਵਨ ਹੈ ਜਾਂ ਕਿਸੇ ਹੋਰ ਨਸ਼ੇ ਦਾ ਸੇਵਨ ਹੈ। ਜਦੋਂ ਉਸ ਨਸ਼ੇ ਦੇ ਸੇਵਨ ਨੂੰ ਅਸੀਂ ਦੇਖਦੇ ਹਾਂ ਆਲੇ ਦੁਆਲੇ ਦੇ ਵਿੱਚ, ਤੇ ਉਹ ਜਿਹੜੀ ਸੰਗਤ ਹੈ ਜੇ ਸਾਡੇ 'ਤੇ ਮਾੜਾ ਅਸਰ ਕਰ ਰਹੀ ਹੈ, ਤਾਂ ਪਹਿਲੀ ਗੱਲ ਸੁਧਾਰਕ ਕਾਰਜ ਦੇ ਵਿੱਚ ਇਹ ਆਉਂਦੀ ਹੈ ਕਿ ਅਸੀਂ ਉਸ ਤੋਂ ਬਚੀਏ। ਅਸੀਂ ਪੱਕਾ ਨਿਸ਼ਚਾ ਕਰੀਏ, ਇਹ ਮਨ ਬਣਾਈਏ ਕਿ ਇਸ ਰਾਹ 'ਤੇ ਅਸੀਂ ਨਹੀਂ ਤੁਰਨਾ। ਜਿਹੜਾ ਰਾਹ ਅੱਜ ਸਾਨੂੰ ਕਿਸੇ ਸੁੱਖ ਵਾਲਾ, ਆਰਾਮ ਵਾਲਾ ਜਾਂ ਦੋਸਤਾਂ ਮਿੱਤਰਾਂ ਦੀ ਮਹਿਫਲ ਵਾਲਾ ਜਾਂ ਖੁਸ਼ਗਵਾਰ ਨਜ਼ਰ ਆਉਂਦਾ ਹੈ, ਹੋ ਸਕਦਾ ਭਵਿੱਖ ਦੇ ਵਿੱਚ ਸਾਡੀ ਜ਼ਿੰਦਗੀ ਨੂੰ ਤਬਾਹ ਕਰ ਦੇਵੇ। ਇੱਕ ਤੇ ਅਸੀਂ ਉਸ ਤੋਂ ਬਚਣਾ ਹੈ। ਦੂਸਰਾ ਕਾਰਜ, ਦੂਸਰੀ ਦ੍ਰਿਸ਼ਟੀ ਕੀ ਹੈ ਕਿ ਅਸੀਂ ਦੂਸਰਿਆਂ ਨੂੰ ਵੀ ਉਸ ਤੋਂ ਬਚਾਉਣਾ ਹੈ, ਦੂਰ ਰੱਖਣ ਦਾ ਉਪਰਾਲਾ ਕਰਨਾ ਹੈ। ਇਹ ਨਹੀਂ ਹੈ ਕਿ ਸਾਡੇ ਕਹਿਣੇ ਅਨੁਸਾਰ, ਸਾਡੇ ਕਾਰਜ ਦੇ ਅਨੁਸਾਰ ਕੋਈ ਨਸ਼ਿਆਂ ਤੋਂ ਦੂਰ ਹੁੰਦਾ ਹੈ ਕਿ ਨਹੀਂ ਹੁੰਦਾ ਹੈ। ਸਾਡਾ ਫਰਜ਼ ਹੈ ਕਿ ਅਸੀਂ ਆਪਣੀ ਸੁਧਾਰਕ ਦ੍ਰਿਸ਼ਟੀ ਤੋਂ ਕਾਰਜ ਕਰਦੇ ਰਹੀਏ। ਇਹ ਸੱਚ ਹੈ ਕਿ ਜਦੋਂ ਅਸੀਂ ਇੱਕ ਕਾਰਜ ਕਿਸੇ ਦਿਸ਼ਾ ਵੱਲ ਕਰਦੇ ਹਾਂ ਤਾਂ ਉਹਦੇ ਵਿੱਚ ਸਫਲਤਾ ਵੀ ਜ਼ਰੂਰ ਮਿਲੇਗੀ। ਸੋ ਇਸ ਕਰਕੇ ਇਹ ਨਸ਼ਿਆਂ ਦੀ ਬੁਰਾਈ ਤੋਂ ਬਚਣ ਦੇ ਲਈ ਆਲਾ ਦੁਆਲਾ ਦੇਖਣਾ, ਉਸ ਨੂੰ ਮਹਿਸੂਸ ਕਰਨਾ, ਉਸ ਨੂੰ ਸਮਝਣਾ ਤੇ ਸੁਧਾਰਕ ਕਾਰਜ ਕਰਨਾ, ਇਹ ਕੁਝ ਪਹਿਲੂ ਨੇ ਜਿਹੜੇ ਸਾਡੀ ਸੁਧਾਰਕ ਦ੍ਰਿਸ਼ਟੀ ਨਾਲ ਸੰਬੰਧਿਤ ਹਨ। ਆਓ ਝਾਤ ਮਾਰੀਏ ਕਿ ਕਿੰਨੇ ਵਿਆਹ ਨੇ ਸਾਡੇ ਚੌਗਿਰਦੇ ਦੇ ਵਿੱਚ ਜਿਹੜੇ ਬਿਨਾਂ ਸ਼ਰਾਬ ਦੇ ਸਿਰੇ ਚੜ੍ਹਦੇ। ਜੇ ਇਸ ਸੱਚ ਨੂੰ ਦੇਖੀਏ ਤਾਂ ਜੇ 100 ਵਿਆਹ ਸ਼ਾਦੀਆਂ ਤੇ ਅਸੀਂ ਜਾਂਦੇ ਹਾਂ ਤੇ 80% ਦੇ ਕਰੀਬ ਸ਼ਰਾਬ ਪਰੋਸੀ ਜਾਂਦੀ। ਕਿ ਅਸੀਂ ਇਸ ਨੂੰ ਨਸ਼ਾ ਨਹੀਂ ਕਹਿੰਦੇ? ਕਿ ਸਾਡੇ ਬੱਚੇ, ਸਾਡੇ ਨੌਜਵਾਨ ਇਸ ਨੂੰ ਦੇਖ ਨਹੀਂ ਰਹੇ ਕਿ ਉਹ ਇਸ ਤੋਂ ਇੱਕ ਚੰਗਾ ਪ੍ਰਭਾਵ ਗ੍ਰਹਿਣ ਕਰਨਗੇ? ਕਿੰਨੇ ਵਿਆਹ ਨੇ ਜਿਹੜੇ ਇਸ ਸ਼ਰਾਬ ਦੇ ਸੇਵਨ ਤੋਂ ਬਿਨਾਂ ਸਿਰੇ ਚੜ੍ਹਦੇ। ਜਿਹੜੀਆਂ ਕਹਾਣੀਆਂ ਤੁਹਾਨੂੰ ਦੋ ਅਸੀਂ ਦਿਖਾਉਣੀਆਂ, ਦਰਦਨਾਕ, ਦੁਖਦਾਇਕ, ਕਿ ਕਿਵੇਂ ਘਰ ਦੇ ਵਿੱਚੋਂ ਹੀ ਇੱਕ ਸ਼ਰਾਬ ਦਾ ਨਸ਼ਾ ਸ਼ੁਰੂ ਹੋਇਆ, ਉਹਨੇ ਆਪਣੇ ਹੀ ਘਰ ਨੂੰ ਕਿਵੇਂ ਉਜਾੜ ਦਿੱਤਾ। ਆਓ ਪਹਿਲੀ ਕਹਾਣੀ ਪੁੱਤ ਦੀ ਮੜੀ ਇੱਕ ਵਾਰੀ ਦੇਖ ਲਈਏ, ਕਿਉਂਕਿ ਇਸ ਕਹਾਣੀ ਦੇ ਫਿਲਮਾਂਕਣ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਇੱਕ ਬਾਪ
ਆਪਣੇ ਹੀ ਬੱਚੇ ਨੂੰ ਚਾਵਾਂ ਨਾਲ ਪਾਲਦਾ ਹੈ। ਉਹ ਇਹ ਸਮਝਦਾ ਹੀ ਨਹੀਂ, ਉਹ ਮਹਿਸੂਸ ਹੀ ਨਹੀਂ ਕਰਦਾ ਕਿ ਸ਼ਰਾਬ ਨਸ਼ਾ ਹੈ। ਸ਼ਰਾਬ ਘਰ ਦੇ ਵਿੱਚ ਚਲਦੀ ਹੈ, ਪੀਤੀ ਜਾਂਦੀ ਹੈ। ਬੱਚੇ ਦੇਖਦੇ ਨੇ, ਦੋਨਾਂ ਬੱਚਿਆਂ ਚੋਂ ਇੱਕ ਬੱਚਾ ਬਾਪ ਦੇ ਕਹਿਣੇ ਨੂੰ ਮੋੜ ਨਹੀਂ ਸਕਦਾ। ਥੋੜੀ ਜਿਹੀ ਸ਼ਰਾਬ ਤੋਂ ਇੱਕ ਸ਼ੋਹਰਤ ਦੇ ਵਿੱਚ ਪੈਂਦਾ ਤੇ ਮੌਤ ਦੇ ਮੂੰਹ ਦੇ ਵਿੱਚ ਜਾ ਕੇ ਤੇ ਫਿਰ ਕਰਦਾ ਜਿਹੜਾ ਉਜਾੜਾ ਹੁੰਦਾ ਹੈ, ਉਹ ਦੁੱਖ ਝੱਲਣ ਵਾਲਾ ਨਹੀਂ ਹੈ। ਪਰ ਇਸ ਦੁੱਖ ਦੇ ਵਿੱਚੋਂ ਅਸੀਂ ਕੁਝ ਸਿੱਖਣਾ ਹੈ। ਅਸੀਂ ਇਹ ਸਿੱਖਣਾ ਹੈ ਕਿ ਇਹ ਜਿਹੜੀ ਬੁਨਿਆਦ ਅਸੀਂ ਘਰਾਂ ਦੇ ਵਿੱਚ ਰੱਖ ਦਿੰਦੇ ਹਾਂ, ਘਰ ਦੇ ਘਰ ਉਜਾੜ ਦਿੰਦੀ ਹੈ। ਇਸ ਤੋਂ ਬਚਣ ਦੀ ਲੋੜ ਹੈ। ਆਓ ਇਸ ਪੁੱਤ ਦੀ ਮੜੀ ਨੂੰ ਇੱਕ ਵਾਰੀ ਦੇਖੀਏ, ਕੋਸ਼ਿਸ਼ ਕਰੀਏ ਕਿ ਆਪਣੇ ਘਰ ਤੋਂ ਇਸ ਗੱਲ ਦੀ ਸ਼ੁਰੂਆਤ ਕਰੀਏ ਕਿ ਇਹ ਜਿਹੜੇ ਨਸ਼ੇ ਨੇ, ਇਹਨਾਂ ਨੂੰ ਘਰਾਂ ਦੇ ਵਿੱਚੋਂ ਤੇ ਜਾਂ ਤਿਲਾਂਜਲੀ ਦੇਣੀ ਹੈ। ਸ਼ਰਾਬ ਨੂੰ ਘੱਟ ਨਹੀਂ ਸਮਝਣਾ, ਇਹ ਵੀ ਇੱਕ ਨਸ਼ਾ ਹੈ। ਇਸ ਨੂੰ ਆਪਣੇ ਵਿਆਹਾਂ ਦੇ ਵਿੱਚੋਂ, ਸਮਾਜ ਦੇ ਵਿੱਚੋਂ ਤੇ ਆਪਣੇ ਜੀਵਨ ਦੇ ਵਿੱਚੋਂ ਤਿਆਗਣਾ ਹੈ। ਇੱਕ ਬੱਚਾ ਬਾਪ ਦੇ ਕਹਿਣੇ ਅਨੁਸਾਰ ਜੇ ਸ਼ਰਾਬ ਪੀਂਦਾ ਹੈ, ਦੂਜਾ ਬੱਚਾ ਮਾਂ ਦੇ ਕਹਿਣੇ ਅਨੁਸਾਰ ਉਸ ਤੋਂ ਦੂਰ ਰਹਿੰਦਾ ਹੈ, ਉਹ ਬੱਚਾ ਤਰੱਕੀ ਕਰਦਾ ਹੈ, ਦੂਜਾ ਬੱਚਾ ਉੱਜੜ ਜਾਂਦਾ ਹੈ। ਉੱਜੜਨ ਤੋਂ ਬਾਅਦ ਬਾਪ ਨੂੰ ਸੋਝੀ ਆਉਂਦੀ ਹੈ ਕਿ ਉਹਨੇ ਹੀ ਆਪਣੇ ਬੱਚੇ ਦਾ ਇਹ ਵਿਨਾਸ਼ ਕੀਤਾ ਹੈ, ਔਰ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਇਸ ਪੁੱਤ ਦੀ ਮੌਤ ਨਹੀਂ ਹੋਈ, ਉਸ ਬਾਪ ਦੀ ਮੌਤ ਹੋਈ ਹੈ ਜਿਹੜਾ ਬਾਪ ਸਦਾ ਜਿਉਂਦੇ ਰਹਿਣਾ ਚਾਹੀਦਾ ਸੀ ਆਪਣੇ ਮਨ ਦੇ ਵਿੱਚ। ਔਰ ਉਸ ਬਾਪ ਦੇ ਵਿੱਚੋਂ ਨੈਤਿਕ ਕਦਰਾਂ ਕੀਮਤਾਂ ਦਾ ਵਿਕਾਸ ਹੋਣਾ ਚਾਹੀਦਾ ਸੀ। ਉਹ ਸੋਝੀ ਉਜਾੜੇ ਤੋਂ ਬਾਅਦ ਆਉਂਦੀ ਹੈ। ਆਓ ਇਸ ਤੋਂ ਇਹ ਸਿੱਖੀਏ ਕਿ ਆਪਾਂ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਆਪਣਾ ਪੱਕਾ ਮਨ ਬਣਾਉਣਾ, ਦ੍ਰਿੜ ਇਰਾਦਾ ਕਰਨਾ, ਬੁਰੀ ਸੰਗਤ ਤੋਂ ਬਚਣਾ, ਜੇ ਕੋਈ ਬੁਰਾ ਹੈ ਤਾਂ ਉਹਦੇ ਸੁਧਾਰ ਦੀ ਵੀ ਲੋਚਾ ਰੱਖਣਾ। ਤੇ ਸ਼ੇਰ ਪੁੱਤਰੋ, ਆਪਣੇ ਪਿਤਾ ਵਾਂਗੂ ਸ਼ਰਾਬ ਨਹੀਂ ਪੀਣੀ। ਇਹ ਜ਼ਹਿਰ ਹੁੰਦੀ ਹੈ, ਜ਼ਹਿਰ। ਆਜੋ ਮੇਰੇ ਸ਼ੇਰ ਪੁੱਤ, ਬੈਠੋ ਬੈਠੋ। ਬਹੁਤਾ ਸ਼ੇਰ ਤੇ ਮੇਰੀ ਮਾਂ ਨੇ ਸਮਝਾਇਆ ਕਿ ਸ਼ਰਾਬ ਜ਼ਹਿਰ ਹੁੰਦੀ ਆ, ਜ਼ਹਿਰ। ਮੈਂ ਨਹੀਂ ਪੀਣੀ। ਪਾਪਾ ਇਹ ਤਾਂ ਬਹੁਤ ਕੌੜੀ ਆ। ਘਰ ਦੇ ਵਿੱਚ ਬਾਪ ਦੁਲਾਰੇ ਦੀ ਸ਼ਰਾਬ ਦੇ ਸੇਵਨ ਵਾਲੀ ਸੰਗਤ ਵੱਡੇ ਪੁੱਤਰ ਦਲਬੀਰੇ ਨੂੰ ਸ਼ਰਾਬ ਦੇ ਚੱਟੇ ਲਾ ਦਿੰਦੀ ਹੈ ਤੇ ਦਲਬੀਰੇ ਦੀ ਪਤਨੀ ਆਪਣੀਆਂ ਧੀਆਂ ਨੂੰ ਪੜਾਉਂਦੀ ਹੈ ਤਾਂ ਕਿ ਵੱਡੇ ਹੋ ਕੇ ਉਹ ਚੰਗੀਆਂ ਅਫਸਰ ਬਣ ਸਕਣ ਤੇ ਸਮਾਜ ਦੀ ਸੇਵਾ ਕਰ ਸਕਣ। ਪਰ ਹੁੰਦਾ ਘਰ ਦੇ ਵਿੱਚ ਉਲਟ ਹੈ। ਬਾਪ ਦਾ ਅਜਿਹਾ ਮਾੜਾ ਪ੍ਰਭਾਵ ਅਤੇ ਗਾਇਕੀ ਦੇ ਖੇਤਰ ਦੇ ਵਿੱਚ ਉਸ ਦੀ ਸ਼ੋਹਰਤ, ਯਾਰਾਂ ਦੋਸਤਾਂ ਦੇ ਵਿੱਚ ਉਸ ਦੇ ਇਸ ਐਬ ਨੂੰ ਹੋਰ ਵੀ ਵਧਾ ਦਿੰਦੀ ਹੈ। ਸ਼ਰਾਬ ਪੀ ਕੇ ਮਹਿਫਲਾਂ ਦੇ ਵਿੱਚ ਗਾਉਣਾ ਉਸ ਦਾ ਸ਼ੌਂਕ ਬਣ ਜਾਂਦਾ ਹੈ, ਉਸ ਦੀ ਸ਼ੋਹਰਤ ਬਣ ਜਾਂਦੀ ਹੈ ਤੇ ਵਿਗੜਦੇ ਇੱਕ ਦਿਨ ਇਹੀ ਵੱਡਾ ਪੁੱਤਰ ਜਿਹਨੂੰ ਸ਼ੇਰ ਪੁੱਤਰ ਰੱਖਿਆ ਸੀ, ਇੱਕ ਨਸ਼ੇੜੀ ਬਣਨ ਦੇ ਰਾਹ ਤੇ ਤੁਰ ਪੈਂਦਾ। ਬਸ ਫਿਰ ਇਹੀ ਸ਼ਰਾਬ ਦਾ ਨਸ਼ਾ ਮਾੜੇ ਯਾਰਾਂ ਬੇਲੀਆਂ ਦੇ ਪ੍ਰਭਾਵ ਹੇਠ ਵੱਡੇ ਨਸ਼ਿਆਂ 'ਚ ਬਦਲ ਜਾਂਦਾ ਹੈ। ਇਹ ਸਮੈਕ ਵਰਗੇ ਨਸ਼ਿਆਂ ਦੇ ਚਾਟੇ ਲੱਗ ਜਾਂਦਾ ਹੈ। ਘਰ ਦੀ ਅਮੀਰੀ, ਘਰ ਦਾ ਮਾਹੌਲ, ਜੀਪਾਂ ਦੇ ਘੁੰਮਣਾ ਤੇ ਬਾਪ ਦਾ ਇਹ ਅਸਰ ਇਸ ਤਰ੍ਹਾਂ ਦਾ ਰੰਗ ਲਿਆਉਂਦਾ ਹੈ ਕਿ ਉਹ ਪੁੱਤ ਨਸ਼ੇੜੀ ਬਣ ਜਾਂਦਾ ਹੈ। ਨਸ਼ੇੜੀ ਫਿਰ ਘਰ ਦਾ ਉਜਾੜਾ ਤਾਂ ਹੋਣਾ ਹੀ ਸੀ। ਹੁੰਦਾ ਕੀ ਹੈ ਕਿ ਬਾਪ ਨੂੰ ਪਤਾ ਲੱਗ ਜਾਂਦਾ ਹੈ ਕਿ ਇਹੀ ਉਸ ਦਾ ਪੁੱਤ ਹੁਣ ਜਿਉਣ ਦੇ ਕਾਬਿਲ ਨਹੀਂ ਰਿਹਾ। ਹੁਣ ਲਿਵਰ ਖਰਾਬ ਹੋ ਚੁੱਕਾ ਹੈ, ਸਰੀਰ ਦੇ ਗੁਰਦੇ ਜਵਾਬ ਦੇ ਚੁੱਕੇ ਨੇ ਤੇ ਫਿਰ ਮਜਬੂਰਨ ਆਪਣੇ ਛੋਟੇ ਪੁੱਤ ਨੂੰ ਕੀ ਕਹਿਣਾ ਪਿਆ। ਤੇਰੇ ਵੱਡੇ ਭਰਾ ਨੇ ਹੁਣ ਬਹੁਤਾ ਚਿਰ ਨਹੀਂ ਕੱਢਣਾ। ਤੂੰ ਮੇਰੇ ਨਾਲ ਇੱਕ ਵਾਅਦਾ ਕਰ, ਇਹਦੇ ਤੁਰ ਜਾਣ ਤੋਂ ਬਾਅਦ
ਇਹਦੇ ਘਰ ਵਾਲੀ ਤੇ ਚਾਦਰ ਪਾਏਗਾ। ਪਿਤਾ ਜੀ ਇਹ ਮੈਂ ਪਹਿਲਾ ਬਾਪ ਦੇਖਿਆ ਜੋ ਆਪਣੇ ਮੁੰਡੇ ਦੇ ਮਰਨ ਦੀ ਉਡੀਕ ਕਰਦਾ ਹੋਵੇ। ਮੈਥੋਂ ਨਹੀਂ ਇਹ ਸੁਣੂੰਗਾ। ਵਿਗੜੇ ਇਸ ਪੁੱਤ ਦੀ ਅਯਾਸ਼ੀ ਇੱਥੋਂ ਤੱਕ ਵੱਧਦੀ ਗਈ। ਆਖਰ ਉਹ ਦਿਨ ਆ ਜਾਂਦਾ ਹੈ ਜਿਸ ਦੀ ਭਵਿੱਖਬਾਣੀ ਉਸਦਾ ਬਾਪ ਹੀ ਕਰ ਦਿੱਤਾ ਸੀ। आंटी 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 दलवीरा ਉੱਥੇ ਡਿੱਗਿਆ ਹੋਇਆ ਹੈ। ਬਸ ਫਿਰ ਉਹੀ ਹੁੰਦਾ ਹੈ, ਘਰ ਦਾ ਉਜਾੜਾ, ਘਰ ਦੇ ਵਿੱਚ ਪਰਿਵਾਰ ਦਾ ਉਜਾੜਾ, ਬੱਚਿਆਂ ਦੀ ਬਰਬਾਦੀ, ਘਰ ਵਾਲੀ ਦੀ ਬਰਬਾਦੀ, ਸਭ ਤਹਿਸ ਨਹਿਸ ਹੋ ਜਾਵੇ। ਹੱਸਦਾ ਵਸਦਾ ਉਹ ਪਰਿਵਾਰ ਨਸ਼ਿਆਂ ਦੀ ਇਸ ਬੁਰਾਈ ਨੂੰ ਖਤਮ ਕਰ ਦਿੱਤਾ। ਰੋਂਦਾ ਕਰਲਾਉਂਦਾ ਪਰਿਵਾਰ ਦਰ ਦਰ ਦੀਆਂ ਠੋਕਰਾਂ ਸਮੇਂ ਸਿਰ ਜ਼ਿੰਦਗੀ ਨੂੰ ਸਮਝਿਆ ਹੀ ਨਹੀਂ, ਉਸ ਹਾਲਾਤ ਨੂੰ ਸਮਝਿਆ ਹੀ ਨਹੀਂ ਜਿਸ ਦੇ ਨਾਲ ਇਹ ਜ਼ਿੰਦਗੀ ਵਿਨਾਸ਼ ਵੱਲ ਤੁਰ ਜਾਂਦੀ ਹੈ। ਤੇ ਉਹੀ ਪੁੱਤ ਜਿਹੜਾ ਬੜੇ ਅਯਾਸ਼ੀ 'ਚ ਗੀਤ ਗਾਉਂਦਾ ਸੀ, ਉਸ ਨੂੰ ਕੋਈ ਸੇਧ ਨਾ ਮਿਲਣ ਕਰਕੇ, ਜ਼ਿੰਦਗੀ ਦੇ ਵਿੱਚ ਦਿਸ਼ਾ ਨਾ ਮਿਲਣ ਕਰਕੇ ਉਹ ਇਸ ਜਹਾਨੋਂ ਤੁਰ ਜਾਂਦਾ ਤੇ ਪਿੱਛੇ ਛੱਡ ਜਾਂਦਾ ਰੋਂਦੀ ਮਾਂ, ਰੋਂਦੀ ਪਤਨੀ, ਰੋਂਦਾ ਪਿਓ ਤੇ ਰੋਂਦੇ ਬੱਚੇ। ਹੌਸਲਾ ਰੱਖਣ ਉਤਰਾ ਕਰਮਿਆ, ਇਹਨੂੰ ਸ਼ਰਾਬ ਨੇ ਨਹੀਂ ਮਾਰਿਆ, ਇਹਨੂੰ ਮੈਂ ਮਾਰਿਆ। ਜੇ ਮੈਂ ਇਹਨੂੰ ਸ਼ਰਾਬ ਪਰੋਸ ਕੇ ਨਾ ਦਿੰਦਾ, ਇਹਨੇ ਨਹੀਂ ਸੀ ਮਰਨਾ, ਨਾ ਇਹਨੇ ਪੀਣੀ ਸੀ, ਨਾ ਇਹਨੇ ਮਰਨਾ ਸੀ। ਲੋਕਾਂ ਲਈ ਨਸ਼ੇੜੀ ਮਰਿਆ, ਓਏ ਮੇਰਾ ਪੁੱਤ ਨਹੀਂ ਮਰਿਆ, ਮੇਰੇ ਅੰਦਰਲਾ ਬਾਪ ਮਰਿਆ, ਮੇਰੇ ਅੰਦਰ ਆਪ ਮਰਿਆ। ਮੈਂ ਆਪਣੇ ਪੁੱਤ ਨੂੰ ਸ਼ਰਾਬ ਦੇ ਚਾਟੇ ਲਾ ਕੇ ਆਪਣੇ ਪੁੱਤ ਦੀ ਮੜੀ ਪੁੱਤ ਲਿਆ। ਜਦੋਂ ਜਿਉਂਦੇ ਹੋਏ ਬਾਪ ਦੇ ਅੰਦਰ ਉਸ ਮਰੇ ਹੋਏ ਬਾਪ ਦੀ ਸਮਝ ਆਉਂਦੀ ਹੈ ਤਾਂ ਉਦੋਂ ਬਹੁਤ ਕੁਝ ਵਿਗੜ ਚੁੱਕਾ ਹੁੰਦਾ ਹੈ। ਬਸ ਬਸ਼ੀਰੇ ਦੇ ਨਾਲ ਦਲਬੀਰੇ ਦੀ ਵਿਧਵਾ ਪਤਨੀ ਚਾਦਰ ਪਾ। ਕੀ ਸ਼ਰਾਬ ਨਸ਼ਾ ਹੈ? ਇਹ ਮੇਰਾ ਉਹ ਪ੍ਰਸ਼ਨ ਹੈ ਜੋ ਮੈਂ ਤੁਹਾਨੂੰ ਕੀਤਾ ਹੈ। ਇਸ ਦਾ ਜਵਾਬ ਇਹੀ ਹੋਏਗਾ ਕਿ ਸ਼ਰਾਬ ਨਸ਼ਾ ਹੈ। ਜੇ ਸ਼ਰਾਬ ਨਸ਼ਾ ਹੈ ਤਾਂ ਫਿਰ ਸ਼ਰਾਬ ਦਾ ਸੇਵਨ ਕਿਉਂ ਹੁੰਦਾ ਹੈ? ਇਹ ਸੋਚਣ ਦੀ, ਵਿਚਾਰਨ ਦੀ ਲੋੜ ਹੈ ਕਿ ਜੇ ਸ਼ਰਾਬ ਨਸ਼ਾ ਹੈ ਤਾਂ ਫਿਰ ਸ਼ਰਾਬ ਦਾ ਸੇਵਨ ਕਿਉਂ ਹੁੰਦਾ ਹੈ? ਇਸ ਦਾ ਪ੍ਰਭਾਵ ਕੀ ਹੈ? ਇਹ ਪੁੱਤ ਦੀ ਮੜੀ ਕਹਾਣੀ ਜਿਹੜੀ ਅਸੀਂ ਦੇਖੀ ਹੈ, ਇਹ ਇਸ ਕਰਕੇ ਦਿਖਾਈ ਹੈ ਤੁਹਾਨੂੰ ਕਿ ਆਪਣੀਆਂ ਅੱਖਾਂ ਦੇ ਨਾਲ ਹੁੰਦੇ ਹੋਏ ਨੁਕਸਾਨ ਨੂੰ ਤੁਸੀਂ ਇਸ ਫਿਲਮ ਦੇ ਰਾਹੀਂ ਦੇਖ ਸਕੋ, ਤਾਂ ਕਿ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਦੇ ਘਰ ਦੇ ਵਿੱਚ ਇਹੋ ਜਿਹੇ ਹਾਦਸੇ, ਕਿਸੇ ਘਰ ਦੇ ਵਿੱਚ ਇਹੋ ਜਿਹਾ ਵੱਡਾ ਦੁੱਖ ਵਾਪਰੇ ਨਾ। ਕਿਉਂਕਿ ਸਾਡਾ ਅੱਜ ਦਾ ਵਿਦਿਆਰਥੀ, ਅਗਾਂਹ ਦਾ ਨੌਜਵਾਨ ਇਸ ਸਮਾਜ ਦੀ ਨੀਂਹ ਹੈ। ਅਸੀਂ ਤੁਹਾਡੇ ਕੋਲੋਂ ਖੁਸ਼ਹਾਲ ਸਮਾਜ ਦੀ ਕਾਮਨਾ ਕਰਦੇ ਹਾਂ। ਔਰ ਬਾਪ ਪੀੜ੍ਹੀਆਂ 'ਚੋਂ ਵਸੇ ਅਵਚੇਤਨ ਮਨ ਦੇ ਰਾਹੀਂ
ਘਰ ਦੇ ਵਿੱਚ ਸ਼ਰਾਬ ਦਾ ਸੇਵਨ ਕਰਦਾ ਹੈ। ਉਸ ਦੀ ਮਾਨਸਿਕਤਾ ਦੇ ਵਿੱਚ ਇਸ ਗੱਲ ਦੀ ਸੋਝੀ ਹੀ ਨਹੀਂ ਹੈਗੀ ਕਿ ਸ਼ਰਾਬ ਇੱਕ ਨਸ਼ਾ ਹੈ। ਉਹ ਅਚੇਤ ਰੂਪ ਦੇ ਵਿੱਚ ਹੀ ਆਪਣੇ ਬੱਚਿਆਂ ਨੂੰ ਵੀ ਬੜੀ ਇਸ ਸੋਚ ਦੇ ਨਾਲ ਕਿ ਇਹ ਸ਼ਰਾਬ ਪੀਣੀ ਸ਼ਾਇਦ ਪਤਾ ਨਹੀਂ ਕਿੱਡਾ ਕੁ ਵੱਡਾ ਕਾਰਜ ਹੋਏਗਾ, ਬੱਚਿਆਂ ਨੂੰ ਵੀ ਆਪਣਿਆਂ ਨੂੰ ਵੀ ਉਸ ਰਾਹ 'ਤੇ ਤੋਰਨ ਦਾ ਯਤਨ ਕਰ ਲੈਂਦਾ ਹੈ। ਇਹ ਉਸ ਦੀ ਸੁਚੇਤ ਸੋਚ ਨਹੀਂ ਹੈ ਕਿ ਉਸਨੇ ਸ਼ਰਾਬ ਪਿਉਣੀ ਹੈ। ਇਹ ਘਰ ਦੇ ਮਾਹੌਲ ਦੇ ਵਿੱਚ ਹੀ ਉਸ ਨੂੰ ਮਾਨਤਾ ਦੇ ਦਿੱਤੀ ਸੀ। ਉਸ ਮਾਨਤਾ ਕਰਕੇ ਹੁੰਦਾ ਕੀ ਹੈ ਕਿ ਇਸ ਕਹਾਣੀ ਦੇ ਵਿੱਚ ਦੋ ਪਾਤਰ ਆਉਂਦੇ ਨੇ। ਦੋਨਾਂ ਪਾਤਰਾਂ ਦੇ ਵਿੱਚ ਫਰਕ ਹੈ। ਸਭ ਤੋਂ ਪਹਿਲਾਂ ਇਹਦਾ ਜਿਹੜਾ ਕੇਂਦਰੀ ਧੁਰਾ ਬਾਪ ਦੁਲਾਰਾ ਹੈ, ਅਵਚੇਤਨ 'ਚ ਕਾਰਜ ਕਰਦਾ ਹੈ, ਘਰ ਦੇ ਵਿੱਚ ਸ਼ਰਾਬ ਪੀਂਦਾ ਹੈ। ਔਰ ਸ਼ਰਾਬ ਪੀਣ ਤੋਂ ਬਾਅਦ ਇੱਕ ਵੱਡਾ ਪੁੱਤ ਹੈ ਦਲਬੀਰਾ, ਦੂਸਰਾ ਛੋਟਾ ਪੁੱਤ ਹੈ ਬਸ਼ੀਰਾ। ਇਹ ਦੋ ਪੁੱਤ ਨੇ ਜਿਹੜੇ ਬਾਪ ਦੇ ਤੇ ਮਾਂ ਦੇ ਪ੍ਰਭਾਵ ਹੇਠ ਆਉਂਦੇ ਹਨ, ਕਿਉਂਕਿ ਬੱਚਾ ਸਭ ਤੋਂ ਪਹਿਲਾਂ ਆਪਣੇ ਘਰ 'ਚੋਂ ਸਿੱਖਦਾ, ਘਰ ਦੇ ਮਾਹੌਲ 'ਚੋਂ ਸਿੱਖਦਾ। ਔਰ ਇਹ ਦੋਨੋਂ ਇਸ ਪ੍ਰਭਾਵ ਦੇ ਵਿੱਚ ਇੱਕ ਤੇ ਪਿਤਾ ਦਾ ਪ੍ਰਭਾਵ ਵੱਧ ਜਾਂਦਾ ਹੈ, ਉਹ ਹੈ ਦਲਬੀਰਾ। ਇੱਕ ਤੇ ਮਾਂ ਦਾ ਪ੍ਰਭਾਵ ਵੱਧ ਜਾਂਦਾ ਹੈ, ਉਹ ਹੈ ਬਸ਼ੀਰਾ। ਇਹ ਦੋਨੋਂ ਪਾਤਰ ਵੱਖਰਾ ਵੱਖਰਾ ਪ੍ਰਭਾਵ ਕਬੂਲਦੇ ਹਨ ਆਪਣੇ ਘਰ ਦੇ ਮਾਹੌਲ ਤੋਂ। ਔਰ ਦਲਬੀਰਾ ਜੋ ਹੈ ਉਹ ਆਪਣੇ ਬਾਪ ਦੇ ਸ਼ਰਾਬ ਦੇ ਪ੍ਰਭਾਵ ਹੇਠ ਢੱਕਣ ਦੇ ਵਿੱਚ ਸ਼ਰਾਬ ਪੀਂਦਾ ਹੈ, ਬਾਪ ਦੇ ਕਹਿਣੇ 'ਤੇ। ਉਸ ਢੱਕਣ ਤੋਂ ਸ਼ੁਰੂ ਹੁੰਦਾ ਹੁੰਦਾ ਉਹ ਸ਼ਰਾਬ ਨੂੰ ਅਯਾਸ਼ੀ ਦਾ ਆਧਾਰ ਬਣਾ ਲੈਂਦਾ ਹੈ ਅਤੇ ਹੌਲੀ ਹੌਲੀ ਉਸੇ ਸ਼ੋਹਰਤ ਦੇ ਵਿੱਚੋਂ, ਉਸ ਦੀ ਗਾਇਕੀ ਦੇ ਵਿੱਚੋਂ, ਉਸ ਦੀ ਆਵਾਜ਼ ਦੇ ਵਿੱਚੋਂ, ਉਹਦੀ ਸ਼ੋਹਰਤ ਦੇ ਵਿੱਚੋਂ ਜਦੋਂ ਨਸ਼ਾ ਵੱਧ ਜਾਂਦਾ ਹੈ ਤਾਂ ਉਹ ਇੱਕ ਸਮਾਂ ਆਉਂਦਾ ਨਸ਼ੇੜੀ ਬਣ ਜਾਂਦਾ ਹੈ ਅਤੇ ਸਮੈਕ ਤੱਕ ਵੀ ਪੀਣੀ ਸ਼ੁਰੂ ਕਰ ਦਿੰਦਾ ਹੈ। ਦੂਸਰਾ ਪੁੱਤਰ ਜਿਹੜਾ ਸੀ, ਛੋਟਾ ਪੁੱਤਰ ਬਸ਼ੀਰਾ, ਉਹ ਬਾਪ ਦੇ ਕਹਿਣੇ 'ਤੇ ਇਨਕਾਰ ਕਰਦਾ ਹੈ, ਕਿਉਂਕਿ ਉਸ ਨੂੰ ਪਤਾ ਹੈ ਕਿ ਉਸ ਦੀ ਮਾਂ ਨੇ ਕਿਹਾ ਕਿ ਸ਼ਰਾਬ ਨਸ਼ਾ ਜ਼ਹਿਰ ਹੁੰਦਾ ਹੈ, ਜ਼ਹਿਰ ਜਿਹੜਾ ਜ਼ਿੰਦਗੀ ਨੂੰ ਜ਼ਹਿਰੀਲਾ ਬਣਾਉਂਦਾ, ਵਿਨਾਸ਼ ਕਰਦਾ, ਮੌਤ ਦੀ ਰਾਹ 'ਤੇ ਤੋਰਦਾ ਹੈ। ਅਤੇ ਉਹ ਪੱਕਾ ਮਨ ਬਣਾ ਲੈਂਦਾ ਕਿ ਇਸ ਰਾਹ 'ਤੇ ਉਸਨੇ ਨਹੀਂ ਤੁਰਨਾ। ਉਹ ਨਸ਼ੇ ਦਾ ਤਿਆਗ ਕਰ ਦਿੰਦਾ ਆਪਣੀ ਮਾਂ ਦੇ ਕਹਿਣੇ 'ਤੇ। ਦਲਬੀਰਾ ਵੀ ਮਾਂ ਬਾਪ ਦਾ ਆਗਿਆਕਾਰੀ ਪੁੱਤ ਹੈ, ਬਸ਼ੀਰਾ ਵੀ ਆਗਿਆਕਾਰੀ ਪੁੱਤ ਹੈ, ਪਰ ਕਸੂਰ ਇੱਥੇ ਨਹੀਂ ਹੈ। ਕਸੂਰ ਬਾਪ ਦੀ ਕਹੀ ਗੱਲ ਦਾ ਇਨਕਾਰ ਨਹੀਂ ਕਰ ਸਕਿਆ। ਦਲਬੀਰਾ ਇਸ ਗੱਲ ਨੂੰ ਨਹੀਂ ਸਮਝ ਸਕਿਆ ਕਿ ਜਿਹੜੀ ਗੱਲ ਚੰਗੀ ਨਹੀਂ ਹੈ, ਜਿਹੜੀ ਗੱਲ ਮਾੜੀ ਹੈਗੀ ਹੈ, ਉਸ 'ਤੇ ਇਨਕਾਰ ਕਰਨਾ ਹੈ। ਪੱਕੇ ਇਰਾਦੇ ਦੇ ਨਾਲ ਉਸ ਗੱਲ ਦੀ ਸੋਝੀ ਰੱਖਣੀ ਹੈ ਕਿ ਇਹ ਰਾਹ ਮਾੜਾ ਹੈ, ਚਾਹੇ ਬਾਪ ਦੀ ਸੰਗਤ ਦੇ ਪ੍ਰਭਾਵ 'ਚੋਂ ਹੀ ਉਹ ਰਾਹ ਮਿਲਿਆ। ਸੋ ਉਸ ਰਾਹ 'ਤੇ ਦਲਬੀਰੇ ਦੀ ਅੰਤ ਨੂੰ ਮੌਤ ਹੋ ਜਾਂਦੀ ਹੈ। ਦਲਬੀਰੇ ਦੀ ਮੌਤ ਦੇ ਵਿੱਚੋਂ ਪਰਿਵਾਰਕ ਵਿਨਾਸ਼ ਹੁੰਦਾ ਹੈ ਅਤੇ ਨਿਕਲਦਾ ਕੀ ਹੈ? ਦੁੱਖ ਨਿਕਲਦਾ ਹੈ, ਬਾਪ ਦਾ ਪਛਤਾਵਾ ਨਿਕਲਦਾ ਹੈ, ਪਰਿਵਾਰਕ ਸੰਕਟ ਪੈਦਾ ਹੁੰਦਾ ਹੈ। ਬਾਪ ਆਪਣੀ ਕੀਤੀ ਗਲਤੀ ਲਈ ਧਾਹਾਂ ਮਾਰ ਮਾਰ ਕੇ ਸਾਰੀ ਉਮਰ ਰੋਂਦਾ ਰਹਿੰਦਾ ਹੈ ਅਤੇ ਉਸ ਪਛਤਾਵੇ ਦੇ ਵਿੱਚੋਂ, ਉਸ ਵਿਨਾਸ਼ ਦੇ ਵਿੱਚੋਂ ਤੁਰ ਗਿਆ ਪੁੱਤਰ ਹੁਣ ਵਾਪਸ ਨਹੀਂ ਆ ਸਕਦਾ। ਇਹ ਕਹਾਣੀ ਸੇਧ ਦਿੰਦੀ ਹੈ ਕਿ ਇਸ ਨਸ਼ਿਆਂ ਦੀ ਜਿਹੜੀ ਬੁਰਾਈ ਹੈ, ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ, ਇਸ ਨੂੰ ਆਪਣੇ ਘਰਾਂ ਦੇ ਵਿੱਚੋਂ, ਇਸ ਨੂੰ ਆਪਣੇ ਸਮਾਜ ਦੇ ਵਿੱਚੋਂ ਆਪਾਂ ਕੱਢਣਾ ਹੈ। ਅਤੇ ਸੋਝੀ ਕੀ ਮਿਲਦੀ ਹੈ ਕਿ ਨਸ਼ਾ ਬੁਰਾਈਆਂ ਦਾ ਜਨਮਦਾਤਾ ਹੈ, ਸ਼ਰਾਬ ਬੁਰਾਈਆਂ ਦੀ ਮਾਂ ਹੈ, ਸ਼ਰਾਬ ਹੋਰਾਂ ਨਸ਼ਿਆਂ ਦੀ ਮਾਂ ਹੈ। ਇਸ ਨੂੰ ਸਮਾਜਿਕ ਮਾਨਤਾ ਦੇਣ ਦੀ ਲੋੜ ਨਹੀਂ ਹੈ। ਦੂਸਰੀ ਸੋਝੀ ਕੀ ਮਿਲਦੀ ਹੈ ਕਿ ਇਸ ਕਹਾਣੀ ਪੁੱਤ ਦੀ ਮੜੀ ਦੇ ਵਿੱਚੋਂ ਜੋ ਪਰਿਵਾਰਕ ਵਿਨਾਸ਼ ਹੋ ਰਿਹਾ ਕਿ ਨਸ਼ਾ ਪਰਿਵਾਰਕ ਅਤੇ ਸਮਾਜਿਕ ਜੀਵਨ ਦਾ ਹਿੱਸਾ ਨਾ ਬਣੇ, ਇਹ ਵਿਨਾਸ਼ਕਾਰੀ ਹੈ, ਇਸ ਨੂੰ ਤਿਆਗਣ ਦੀ ਲੋੜ ਹੈ। ਅਗਲੀ ਸੋਝੀ ਕੀ ਮਿਲਦੀ ਹੈ
ਕਿ ਨਸ਼ਾ ਅਜਿਹਾ ਨਹੀਂ ਹੈ ਕਿ ਜੇ ਕੋਈ ਨਸ਼ੇੜੀ ਬਣ ਗਿਆ ਜਾਂ ਕੋਈ ਨਸ਼ੇ ਦੇ ਰਾਹ 'ਤੇ ਤੁਰਿਆ ਤੇ ਉਹ ਨਸ਼ਾ ਛੱਡ ਨਹੀਂ ਸਕਦਾ। ਮਨੋ ਦ੍ਰਿੜਤਾ ਦੇ ਨਾਲ ਉਹ ਨਸ਼ੇ ਨੂੰ ਦੂਰ ਕਰ ਸਕਦਾ ਹੈ, ਉਹ ਨਸ਼ੇ ਤੋਂ ਦੂਰ ਰਹਿ ਸਕਦਾ ਹੈ। ਸੋ ਇਸ ਕਰਕੇ ਸੁਧਾਰ ਦੀ ਆਸ਼ਾ ਵੀ ਹੈ। ਅਗਲੀ ਗੱਲ, ਹਰ ਜੀ ਮਾਂ ਅਤੇ ਛੋਟੇ ਪੁੱਤਰ ਬਸ਼ੀਰੇ ਵਰਗਾ ਕਾਰਜ ਨਿਭਾਏ। ਮਾਂ ਦਾ ਕਾਰਜ ਘਰ ਦੇ ਵਿੱਚੋਂ ਵੈਸੇ ਤੇ ਸਿੱਖਿਆ ਦੋਨਾਂ ਪੁੱਤਰਾਂ ਨੂੰ ਦਿੱਤੀ ਸੀ ਵੀ ਨਸ਼ਾ ਨਹੀਂ ਕਰਨਾ, ਪਰ ਅਸਰ ਇੱਕ ਪੁੱਤਰ ਨੇ ਕਬੂਲਿਆ। ਸੋ ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਮਾਂ ਦੇ ਵਰਗਾ ਰੋਲ ਹੋਵੇ ਸਾਡਾ, ਛੋਟੇ ਪੁੱਤਰ ਬਸ਼ੀਰੇ ਵਰਗਾ ਸਾਡਾ ਰੋਲ ਹੋਵੇ, ਸਾਡਾ ਕਾਰਜ ਹੋਵੇ। ਇਸ ਕਹਾਣੀ ਤੋਂ ਅਸੀਂ ਇਹ ਸਿੱਖੀਏ। ਅਗਲਾ, ਨਸ਼ਾ ਬਾਪ ਦੁਲਾਰੇ ਵਰਗੇ ਕਿਰਦਾਰ ਦਾ ਤਿਆਗ ਕਰਨ ਦੀ ਲੋੜ ਹੈ। ਸਮਾਜ ਦੇ ਵਿੱਚੋਂ ਜਿਹੜਾ ਬਾਪ ਅੰਦਰਲਾ ਬਾਪ ਦੁਲਾਰੇ ਵਰਗਾ ਹੈ, ਉਸ ਨੂੰ ਕੱਢਣ ਦੀ ਲੋੜ ਹੈ। ਬਾਪ ਅੰਦਰਲੇ ਬਾਪ ਦੇ ਵਿੱਚ ਬਾਪ ਵਾਲੇ ਫਰਜ਼ ਜਗਾਉਣ ਦੀ ਲੋੜ ਹੈ। ਤਾਂ ਇਹ ਨਸ਼ੇ ਵਾਕਿਆ ਹੀ ਸਮਾਜ ਚੋਂ ਨਿਕਲ ਜਾਣਗੇ। ਅਗਲੀ ਗੱਲ, ਬੁਰੀ ਸੰਗਤ ਤੋਂ ਬਚਿਆ ਜਾਵੇ। ਹੁੰਦਾ ਕੀ ਹੈ ਕਿ ਉਹ ਜਿਹੜਾ ਪੁੱਤਰ ਸੀ, ਜਿਹੜਾ ਨਸ਼ੇ ਦੇ ਰਾਹ 'ਤੇ ਤੁਰ ਗਿਆ, ਬੁਰੀ ਸੰਗਤ 'ਚ ਪੈ ਕੇ ਹੋਰ ਨਸ਼ਿਆਂ ਦਾ ਆਦੀ ਹੋ ਗਿਆ, ਤੇ ਉਸ ਦੀ ਮੌਤ ਦਾ ਕਾਰਨ ਉਸ ਦੀ ਬੁਰੀ ਸੰਗਤ ਵੀ ਬਣ ਗਈ। ਸੋ ਬੁਰੀ ਸੰਗਤ ਤੋਂ ਦੂਰ ਰਹਿਣ ਦੀ ਲੋੜ ਹੈ। ਸੰਗਤ ਨੇਕ ਹੋਣੀ ਚਾਹੀਦੀ ਹੈ। ਅਗਲਾ, ਸਮਾਜ ਦੇ ਵਿੱਚ ਸਾਡੀ ਦ੍ਰਿਸ਼ਟੀ ਸੁਧਾਰਕ ਹੋਣੀ ਚਾਹੀਦੀ ਹੈ। ਜੇ ਅੱਜ ਸਾਡੇ ਘਰ ਦੇ ਵਿੱਚ ਕੋਈ ਨਸ਼ੇ ਦੀ ਬੁਰਾਈ ਨਹੀਂ ਹੈਗੀ, ਤੇ ਜੇ ਸਮਾਜ ਦੇ ਵਿੱਚ ਹੈ ਤਾਂ ਸਮਾਜ ਦੇ ਵਿੱਚੋਂ ਵੀ ਦੂਰ ਕਰਨੀ ਚਾਹੀਦੀ ਹੈ। ਹੁਣ ਮੈਂ ਤੁਹਾਡੇ ਨਾਲ ਅਭਿਆਸ ਵਜੋਂ ਕੁਝ ਪ੍ਰਸ਼ਨ ਸਾਂਝੇ ਕਰ ਰਹੇ ਹਾਂ, ਜਿਹੜੇ ਇਸ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਪੁੱਤ ਦੀ ਬੜੀ ਕਹਾਣੀ ਦੇ ਰੂਪ ਦੇ ਵਿੱਚ ਜੋ ਸਮਝਾਇਆ, ਜੋ ਕਰਵਾਇਆ, ਉਹਦੇ ਆਧਾਰ 'ਤੇ। ਉਸ ਵਿੱਚ ਪਹਿਲਾ ਪ੍ਰਸ਼ਨ ਹੈ ਕਿ ਵਿਆਹਾਂ ਵਿੱਚ ਸ਼ਰਾਬ ਦਾ ਸੇਵਨ ਕਿਉਂ ਨਹੀਂ ਹੋਣਾ ਚਾਹੀਦਾ। ਇਸ ਦਾ ਜਵਾਬ ਤੁਸੀਂ ਪੁੱਤ ਦੀ ਬੜੀ ਕਹਾਣੀ ਦੇ ਆਧਾਰ 'ਤੇ ਦੇਣਾ ਕਿ ਕੀ ਨੁਕਸਾਨ ਹਨ, ਕਿਉਂ ਅਜਿਹਾ ਦੁੱਖ, ਅਜਿਹਾ ਸੰਕਟ ਵਾਪਰਿਆ, ਅਤੇ ਵਿਆਹਾਂ ਦੇ ਵਿੱਚ ਵੀ ਇਹ ਸ਼ਰਾਬ ਨਹੀਂ ਹੋਣੀ ਚਾਹੀਦੀ। ਉਹਦੇ ਕਾਰਨ ਤੁਸੀਂ ਆਪਣੀ ਕਾਪੀਆਂ 'ਤੇ ਲਿਖਣੇ ਹਨ। ਪ੍ਰਸ਼ਨ ਦੂਸਰਾ ਹੈ, ਕਹਾਣੀ ਵਿੱਚ ਵੱਡੇ ਪੁੱਤ ਦਲਬੀਰੇ ਦੀ ਮੌਤ ਕਿਉਂ ਹੁੰਦੀ ਹੈ, ਇਸ ਦਾ ਕਾਰਨ ਕੀ ਸੀ। ਇਹ ਵੀ ਤੁਸੀਂ ਆਪਣੀਆਂ ਕਾਪੀਆਂ 'ਤੇ ਲਿਖ ਕੇ ਆਪਣੇ ਅਧਿਆਪਕ ਨੂੰ ਦਿਖਾਉਣਾ ਹੈ। ਤੀਸਰਾ ਪ੍ਰਸ਼ਨ ਹੈ ਕਿ ਪੁੱਤ ਦੀ ਮੜੀ ਕਹਾਣੀ ਵਿੱਚ ਕੋਈ ਦੋ ਪਾਤਰਾਂ ਦੇ ਨਾਂ ਦੱਸੋ ਜਿਨ੍ਹਾਂ ਦੀ ਸੋਚ ਸੁਧਾਰਕ ਸੀ। ਆਸ ਕਰਦਾ ਕਿ ਤੁਸੀਂ ਇਹ ਜੋ ਪ੍ਰਸ਼ਨ ਦਿੱਤੇ ਨੇ, ਇਹਨਾਂ ਦੇ ਜਵਾਬ ਤੁਸੀਂ ਆਪਣੀਆਂ ਕਾਪੀਆਂ 'ਤੇ ਲਿਖੋਗੇ ਵੀ, ਔਰ ਲਿਖ ਕੇ ਆਪਣੇ ਅਧਿਆਪਕ ਦੇ ਨਾਲ ਸਾਂਝਿਆਂ ਕਰੋਗੇ। ਉਹਨਾਂ ਦੇ ਕੋਲੋਂ ਇਸ ਦੀ ਜਿਹੜੀ ਨੇਕ ਅਗਵਾਈ ਲਓਗੇ, ਅਤੇ ਜ਼ਿੰਦਗੀ ਦੇ ਵਿੱਚ ਤੁਸੀਂ ਆਪਣੀ ਜੀਵਨ ਜਾਂਚ ਦੇ ਵਿੱਚ ਨਸ਼ਿਆਂ ਦੀ ਬੁਰਾਈ ਤੋਂ ਦੂਰ ਰਹਿ ਕੇ ਅਤੇ ਸਮਾਜ ਨੂੰ ਖੁਸ਼ਹਾਲ ਸਮਾਜ ਬਣਾਓਗੇ। ਇਸੇ ਆਸ ਨਾਲ ਮੈਂ ਤੁਹਾਡਾ ਧੰਨਵਾਦ ਕਰਦਾ।